ਮਨ ਪੀਵੈ ਸੁਣ ਸ਼ਬਦ ਵਿਚਾਰਾ, ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 465 ਦੇ ਉੱਪਰ ਅੰਕਿਤ ਆਸਾ ਰਾਗ ਦੀ ਵਾਰ, ਜਿਸ ਦਾ ਕੀਰਤਨ ਗੁਰੂ ਘਰਾਂ ਵਿੱਚ ਅੰਮ੍ਰਿਤ ਵੇਲੇ ਕੀਤਾ ਜਾਂਦਾ ਹੈ। ਇਸ ਵਾਰ ਦੇ 4 ਪੌੜੀਆਂ ਦੀ ਵਿਚਾਰ ਆਪਾਂ ਕੱਲ ਤੱਕ ਕੀਤੀ ਸੀ। ਅੱਜ ਪੰਜਵੀਂ ਪੌੜੀ ਤੇ ਉਹਦੇ ਨਾਲ ਸ਼ਲੋਕ ਨੇ। ਇੱਕ ਆਸਾ ਰਾਗ ਦੀ ਵਾਰ ਤੇ ਇੱਕ ਸੁਖਮਨੀ ਸਾਹਿਬ ਜੀ ਦੀ ਬਾਣੀ। ਇਹਨਾਂ ਦੋਨਾਂ ਬਾਣੀਆਂ ਦੇ ਵਿੱਚ ਇੱਕੋ ਹੀ ਰਹਾਉ ਪਦ ਹੈ, ਤੇ ਜਿਹੜਾ ਰਹਾਉ ਪਦ ਹੈ ਉਹ ਸੈਂਟਰਲ ਆਈਡੀਆ ਹੁੰਦਾ ਹੈ। ਇਸ ਵਾਰ ਦੇ ਵਿੱਚ ਜਿਹੜਾ ਸੈਂਟਰਲ ਆਈਡੀਆ ਹੈ ਉਹ ਹੈ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਲੋਕ ਛੋਟੀ ਸੋਚ, ਛੋਟਾ ਫੋਕਸ, ਉਹਦੇ ਵਿੱਚੋਂ ਧਰਮ ਦੀ ਛੋਟੀ ਸਮਝ ਤੇ ਧਰਮ ਨਿਭਾਉਣ ਦਾ ਤਰੀਕਾ ਵੀ ਸੁੰਗੜਿਆ ਹੋਇਆ। ਧਰਮ ਨਿਭਾਇਆ, ਨਾ ਘਰ ਵਿੱਚ ਫਰਕ ਆਇਆ, ਨਾ ਬੱਚਿਆਂ 'ਚ ਆਇਆ, ਨਾ ਸਮਾਜ ਵਿੱਚ ਆਇਆ। ਸਤਿਗੁਰੂ ਜੀ ਵੱਡੀ ਪਿਕਚਰ ਦਿਖਾ ਰਹੇ ਨੇ ਸਾਨੂੰ, ਕੁਦਰਤ ਦੇ ਵੱਲ ਖਿੱਚ ਰਹੇ ਨੇ ਤਾਂ ਕਿ ਉਸ ਕਾਦਰ ਵੱਲ ਧਿਆਨ ਜਾਵੇ। ਛੋਟੇ ਛੋਟੇ ਧਰਮ ਦੇ ਕਰਮਾਂ ਵਿੱਚ ਉਲਝਣ ਦੀ ਬਜਾਏ ਰੱਬ ਤੇ ਰੱਬ ਦੀ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਜੀਵਨ ਨੂੰ ਸੰਵਾਰਿਆ ਜਾਵੇ। ਸਮਾਜ ਸੰਵਰੇਗਾ ਜੇ ਸੋਚ ਤੇ ਸੁਭਾਅ ਸੰਵਰਨਗੇ, ਸਾਡੇ ਜੀਵਨ ਸੰਵਰਨਗੇ। ਸਾਡੇ ਸੁਭਾਅ ਦਾ, ਸਾਡੀ ਸੋਚ ਦਾ ਅਸਰ ਸਾਡੇ ਘਰ ਦੇ ਮਾਹੌਲ ਤੇ ਪੈਂਦਾ ਹੈ। ਇਹਦਾ ਕਲੈਕਟਿਵ ਜੋ ਇਫੈਕਟ ਹੈ, ਇੰਪੈਕਟ ਹੈ, ਉਹ ਸਮਾਜ ਤੇ ਪੈਂਦਾ ਹੈ। ਜਿੰਨਾ ਚਿਰ ਸੋਚ ਸੁਭਾਅ ਨਹੀਂ ਘੜੇ ਜਾਣਗੇ, ਨਾ ਘਰਾਂ ਦਾ ਅਸਰ ਬਦਲੇਗਾ, ਨਾ ਸਮਾਜ ਤੇ ਜਿਹੜਾ ਹੈ ਉਹ ਸੋਹਣਾ ਬਣੇਗਾ। ਇਸ ਲਈ ਗੁਰੂ ਪਾਤਸ਼ਾਹ ਦੇ ਨਜ਼ਰੀਏ ਨੂੰ ਸਮਝਣ ਦਾ ਯਤਨ ਕਰੀਏ। ਸ਼ਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਲੋਕ ਹੈ। ਘੜੀਆਂ ਸਭੇ ਗੋਪੀਆਂ, ਪਹਿਰ ਕੰਨ ਗੋਪਾਲ। ਉਸ ਵੇਲੇ ਲੋਕ ਕ੍ਰਿਸ਼ਨ ਜੀ ਦੇ ਜੋ ਜੀਵਨ ਦੇ ਵਰਤਾਰੇ ਸੀ ਉਹਨਾਂ ਨੂੰ ਗਾਉਂਦੇ ਸਨ, ਤੇ ਉਹਨਾਂ ਦੀ ਜ਼ਿੰਦਗੀ ਦਾ ਇੱਕ ਵਰਤਾਰਾ ਹਿੰਦੂ ਵੀਰਾਂ ਤੇ ਦਿਮਾਗ ਤੇ ਬੜਾ ਛਾਇਆ ਹੋਇਆ ਕਿ ਉਹ ਬ੍ਰਿੰਦਾਬਨ ਦੇ ਵਿੱਚ ਜਦੋਂ ਗਊਆਂ ਚਾਰਦੇ ਹੁੰਦੇ ਸੀ ਤੇ ਉੱਥੇ ਹੋਰ ਵੀ ਗੁਜਰਾਣੀਆਂ, ਨੌਜਵਾਨ ਬੀਬੀਆਂ ਉੱਥੇ ਪਹੁੰਚਦੀਆਂ ਸਨ ਤੇ ਉਹ ਵੀ ਗਊਆਂ ਚਾਰਦੀਆਂ ਤੇ ਕ੍ਰਿਸ਼ਨ ਜੀ ਦੇ ਨਾਲ ਖੇਡਾਂ ਖੇਡਦੀਆਂ, ਰਸ ਲੀਲਾ ਕਰਦੀਆਂ। ਉਹਦੀਆਂ ਬੜੀਆਂ ਦੀਵਾਨੀਆਂ ਸਨ। ਉਸ ਨੂੰ ਉਹ ਰਾਸ ਬਣਾ ਕੇ, ਇੱਕ ਪਲੇ ਬਣਾ ਕੇ ਗਾਇਆ ਕਰਦੇ ਸੀ। ਸਤਿਗੁਰੂ ਜੀ ਕਹਿੰਦੇ, ਤੁਸੀਂ ਇਹ ਨਿੱਕੀ ਜਿਹੀ ਚੀਜ਼ ਨੂੰ ਜਿਹੜਾ ਗਾ ਰਹੇ ਹੋ, ਤੁਸੀਂ ਵੱਡੀ ਕੁਦਰਤ ਦੀ ਪਿਕਚਰ ਨੂੰ ਤਾਂ ਦੇਖੋ। ਘੜੀਆਂ ਸਭੇ ਗੋਪੀਆਂ, ਘੜੀ ਜਿਹੜੇ ਸਮਾਂ ਹੈ ਨਾ ਉਹਦੇ 'ਚ ਗਿਣਤੀ ਮਿਣਤੀ ਹੈ, ਜਿਵੇਂ ਸੈਕਿੰਡ ਹੈ, ਮਿੰਟ ਹੈ, ਫਿਰ ਘੰਟੇ ਨੇ, ਫਿਰ ਪਹਿਰ ਹੈ। ਇਸੇ ਤਰ੍ਹਾਂ ਅੱਖ ਦੇ ਫਰਕਣ ਨੂੰ 4 ਕਹਿ ਦਿੰਦੇ ਨੇ, ਫਿਰ ਚਸਾ ਹੈ, ਵਿਸਵੇ ਨੇ, ਫਿਰ ਘੜੀਆਂ ਬਣਦੀਆਂ ਨੇ, ਫਿਰ ਘੜੀਆਂ ਦੇ ਪਹਿਰ ਬਣਦੇ ਨੇ। ਦਿਨ ਤੇ ਰਾਤ ਨੂੰ 8 ਪਹਿਰਾਂ ਵਿੱਚ ਵੰਡਿਆ ਜਾਂਦਾ ਹੈ। ਇੱਕ ਰਾਤ ਦੇ 4 ਹਿੱਸੇ ਕਰਕੇ 4 ਪਹਿਰ ਬਣਦੇ ਨੇ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀਆਂ ਘੜੀਆਂ ਨੇ ਨਾ, ਇਹ ਤਾਂ ਸਮਝ ਲਓ ਗੋਪੀਆਂ ਨੇ, ਉਹ ਗੁਜਰਾਣੀਆਂ। ਤੇ ਜਿਹੜੇ ਪਹਿਰ ਹੈ ਇਹ ਕ੍ਰਿਸ਼ਨ ਜੀ ਨੇ, 8 ਪਹਿਰ। ਤੇ ਰੱਬ ਦੀ ਰਾਸ ਹੋ ਰਹੀ ਹੈ, ਰੱਬ ਦਾ ਕੁਦਰਤੀ ਵਰਤਾਰਾ ਹੋ ਰਿਹਾ ਹੈ। ਉਸ ਵੱਲ ਧਿਆਨ ਕਰਕੇ ਤਾਂ ਦੇਖੋ। ਗਹਿਣੇ ਪੌਣ, ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਤੇ ਆ ਜਿਹੜੀ ਹਵਾ ਹੈ, ਪਾਣੀ ਹੈ, ਅੱਗ ਹੈ, ਇਹ ਰੱਬ ਦੇ ਕੁਦਰਤ ਦੇ ਗਹਿਣੇ ਪਹਿਨੇ ਹੋਏ ਨੇ ਕੁਦਰਤ ਨੇ। ਚੰਦ ਤੇ ਸੂਰਜ 2 ਅਵਤਾਰ ਨੇ। ਸਗਲੀ ਧਰਤੀ ਮਾਲ ਧਨ, ਬਰਤਨ ਸਰਬ ਜੰਜਾਲ। ਆ ਸਾਰੀ ਧਰਤੀ ਤੇ ਧਰਤੀ ਤੇ ਜਿੰਨਾ ਵੀ ਧਨ ਦੌਲਤ ਪਦਾਰਥ ਹੈ, ਉਸ ਦੇ ਵਿੱਚ ਜਿਹੜੇ ਲੋਕ
ਇਹਦੇ ਵਰਤੋਂ ਵਰਤਾਰੇ ਦੇ ਵਿੱਚ ਜੰਜਾਲ ਵਿੱਚ ਉਲਝੇ ਹੋਏ ਨੇ। ਇਹ ਰੱਬ ਦੀ ਇੱਕ ਰਾਸ ਲੀਲਾ ਚੱਲ ਰਹੀ ਹੈ। ਇਸ ਲੀਲਾ ਨੂੰ ਦੇਖੋ, ਇਸ ਲੀਲਾ ਨੂੰ ਸਮਝੋ, ਸਮਝ ਕੇ ਜ਼ਿੰਦਗੀ ਉਹ ਜਿਉਵੋ ਜਿਹੜੀ ਰੱਬ ਨੂੰ ਚੰਗੀ ਲੱਗੇ, ਗੁਰੂ ਪਿਤਾ ਜੀ ਨੂੰ ਚੰਗੀ ਲੱਗੇ। ਸਤਿਗੁਰੂ ਜੀ ਕਹਿੰਦੇ ਇਹ ਕਿੰਨੀ ਸੋਹਣੀ ਰਾਸ ਲੀਲਾ ਕੁਦਰਤ ਦੇ ਵਰਤਾਰਿਆਂ ਵਿੱਚ ਰੱਬ ਦੀ ਹੋ ਰਹੀ ਹੈ ਤੇ ਮਨੁੱਖ ਦਾ ਉਧਰ ਧਿਆਨ ਨਹੀਂ, ਮਨੁੱਖ ਨੂੰ ਸੋਝੀ ਨਹੀਂ। ਨਾਨਕ ਮੁਸੈ ਗਿਆਨ ਵਿਹੂਣੀ, ਖਾਏ ਗਿਆ ਜਮਕਾਲ। ਤੇ ਮਨੁੱਖ ਇਹ ਧਨ ਦੌਲਤ ਪਦਾਰਥਾਂ ਦੇ ਵਰਤਣ ਵਰਤਾਵੇ ਦੇ ਜੰਜਾਲ ਵਿੱਚ ਉਲਝ ਕੇ, ਇਹ ਨਾਨਕ ਜੀ, ਗਿਆਨ ਤੋਂ ਸਖਣੀ ਦੁਨੀਆ ਮੁਸੈ ਠੱਗੀ ਗਈ। ਵਿਕਾਰਾਂ ਰੂਪੀ ਜਮਾਂ ਦੇ ਵਸ ਪੈ ਗਈ। ਤੇ ਇਹ ਵਿਕਾਰਾਂ ਰੂਪੀ ਜਿਹੜੇ ਜਮ ਨੇ ਨਾ, ਚਾਹੇ ਕ੍ਰੋਧ ਹੈ, ਚਾਹੇ ਹੰਕਾਰ ਹੈ, ਚਾਹੇ ਲੋਭ ਹੈ, ਚਾਹੇ ਮੋਹ ਹੈ, ਇਹ ਗੁਣਾਂ ਨੂੰ ਖਾ ਰਿਹਾ। ਗੁਣ ਘਟਦੇ ਜਾ ਰਹੇ ਨੇ। ਦਿਨ ਬ ਦਿਨ ਸਮਾਜ ਵਿੱਚ, ਘਰਾਂ ਵਿੱਚ, ਆਪਸੀ ਵਰਤੋਂ ਵਿਵਹਾਰ ਵਿੱਚ ਨਿਘਾਰ ਆ ਰਿਹਾ। ਕਿਉਂਕਿ ਰੱਬ ਦੀ ਬਣਾਈ ਹੋਈ ਰਾਸ ਲੀਲਾ ਨੂੰ ਸਮਝਣ ਦੀ ਬਜਾਏ ਛੋਟੇ ਛੋਟੇ ਵਰਤਾਰਿਆਂ ਵਿੱਚ ਮਨੁੱਖ ਆਪਣੇ ਆਪ ਨੂੰ ਧਰਮੀ ਮੰਨੀ ਬੈਠਾ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਹੁਣ ਦੂਸਰਾ ਸ਼ਲੋਕ ਹੈ। ਇੱਕ ਪਾਸੇ ਤਾਂ ਉਸ ਰਾਸ ਲੀਲਾ ਨੂੰ ਕਹਿੰਦੇ ਨੇ, ਤੁਸੀਂ ਛੋਟੀ ਜੀ ਰਾਸ ਲੀਲਾ ਦੇਖਦੇ ਹੋ ਜਾਂ ਕਰਦੇ ਹੋ, ਦੂਜੇ ਵੱਡੀ ਦੇਖੋ ਨਾ ਕੁਦਰਤ ਦੀ। ਹੁਣ ਇੱਥੇ ਉਹਨਾਂ ਵੱਲ ਧਿਆਨ ਦੇ ਰਹੇ ਨੇ ਜਿਹੜੇ ਉਸ ਤਰ੍ਹਾਂ ਦਾ ਪਲੇ ਕਰ ਰਹੇ ਨੇ, ਰਾਸ ਲੀਲਾ ਕਰ ਰਹੇ ਨੇ। ਕੋਈ ਕ੍ਰਿਸ਼ਨ ਜੀ ਦਾ ਰੂਪ ਧਾਰਦਾ ਹੈ, ਕੋਈ ਰਾਮਚੰਦਰ ਜੀ ਦਾ ਰੂਪ ਧਾਰਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਆਪਣੇ ਮਕਸਦ ਲਈ, ਆਪਣੇ ਰੁਜ਼ਗਾਰ ਲਈ ਕਰ ਰਹੇ ਨੇ। ਵਾਇਨ ਚੇਲੇ ਨੱਚਣ ਗੁਰ, ਪੈਰ ਹਲਾਇਨ ਸਿਰ ਫੇਰਨ ਸਿਰ। ਕੋਈ ਗੁਰੂ ਬਣਦੇ ਨੇ, ਕੋਈ ਚੇਲੇ ਬਣਦੇ ਨੇ, ਨੱਚਦੇ ਟੱਪਦੇ ਨੇ, ਪੈਰ ਹਿਲਾਉਂਦੇ ਨੇ, ਸਿਰ ਘੁਮਾਉਂਦੇ ਨੇ। ਉੱਡ ਉੱਡ ਰਾਵਾ ਝਾਟਾ ਪਾਏ। ਇੱਦਾਂ ਜਦੋਂ ਰਾਸ ਲੀਲਾ ਕਰਦੇ ਨੇ, ਕਿਉਂਕਿ ਕੱਚੇ ਰਸਤੇ ਹੁੰਦੇ ਸੀ, ਕੱਚੀ ਥਾਂ ਹੁੰਦੀ ਸੀ, ਰੇਤਾ ਉੱਡ ਉੱਡ ਕੇ ਉਹਨਾਂ ਦੇ ਸਿਰ 'ਚ ਪੈਂਦਾ ਸੀ। ਵੇਖੈ ਲੋਕ ਹੱਸੈ ਘਰ ਜਾਏ। ਲੋਕ ਉਹ ਰਾਸ ਲੀਲਾ ਦੇਖਦੇ ਨੇ, ਆਨੰਦ ਮਾਣਦੇ ਨੇ, ਹੱਸਾ ਦੇ ਭਾਵ ਇੰਜੋਏ ਕਰਦੇ ਨੇ, ਘਰ ਨੂੰ ਚਲੇ ਜਾਂਦੇ ਨੇ। ਫਰਕ ਕੋਈ ਨਹੀਂ ਪੈ ਰਿਹਾ। ਰੋਟੀਆਂ ਕਾਰਨ ਪੂਰਾ ਹੈ ਤਾਲ। ਉਹ ਤਾਂ ਆਪਣੇ ਪੈਸੇ ਦੇ ਲਾਲਚ ਵਿੱਚ, ਆਪਣੇ ਰੁਜ਼ਗਾਰ ਦੇ ਚਲਾਉਣ ਵਾਸਤੇ ਇਹ ਤਾਲ ਪੂਰ ਰਹੇ ਨੇ। ਆਪ ਪਛਾੜਾਂ ਧਰਤੀ ਨਾਲ, ਝੂਮ ਝੂਮ ਕੇ ਆਪਣੇ ਆਪ ਨੂੰ ਧਰਤੀ ਤੇ ਡੇਗਦੇ ਨੇ। ਗਾਵਨ ਗੋਪੀਆਂ ਗਾਵਨ ਕਾਨ। ਕੋਈ ਗੋਪੀਆਂ ਬਣ ਕੇ, ਕੋਈ ਕਾਨ ਬਣ ਕੇ, ਕ੍ਰਿਸ਼ਨ ਜੀ ਬਣ ਕੇ ਇਹ ਰਾਸ ਲੀਲਾ ਕਰਦੇ ਨੇ, ਗਾਉਂਦੇ ਨੇ। ਗਾਵਨ ਸੀਤਾ ਰਾਜੇ ਰਾਮ। ਕੋਈ ਰਾਮਚੰਦਰ ਜੀ ਵਰਗੇ ਜੋ ਰਾਜੇ ਸਨ ਉਸ ਵੇਲੇ ਦੇ, ਕ੍ਰਿਸ਼ਨ ਜੀ ਰਾਜਾ ਸੀ, ਸੀਤਾ ਰਾਮਚੰਦਰ ਜੀ ਦੀ ਪਤਨੀ, ਉਹਨਾਂ ਦਾ ਰੂਪ ਧਾਰ ਕੇ ਰਾਸ ਲੀਲਾ ਕਰਦੇ ਨੇ। ਪਰ ਉਹ ਵਿਜ਼ਨ ਕੀ ਹੈ, ਫੋਕਸ ਕੀ ਹੈ? ਜਿਹੜੇ ਰਾਸ ਲੀਲਾ ਕਰ ਰਹੇ ਨੇ ਉਹਨਾਂ ਦਾ ਫੋਕਸ ਰੁਜ਼ਗਾਰ ਹੈ, ਪੈਸਾ। ਤੇ ਜਿਹੜੇ ਦੇਖ ਰਹੇ ਨੇ ਉਹਨਾਂ ਦਾ ਫੋਕਸ ਹੈ ਆਨੰਦ ਰਸ ਮਾਣਨਾ। ਜਿੱਥੇ ਧਰਮ ਸਿਖਾਉਣ ਵਾਲਾ ਪੈਸੇ ਤੇ ਖੜਾ ਹੈ ਤੇ ਸਿੱਖਣ ਵਾਲਾ ਕੇਵਲ ਕੰਨ ਰਸ ਤੇ ਖੜਾ ਹੈ, ਉੱਥੇ ਸਮਾਜ ਵਿੱਚ ਫਰਕ ਤਾਂ ਕੀ ਆਉਣਾ, ਨਿਘਾਰ ਆਏਗਾ। ਸਤਿਗੁਰੂ ਜੀ ਕਹਿਣ ਲੱਗੇ ਅਸਲੀ ਬਾਤ ਇਹ ਸੀ, ਨਿਰਭਉ ਨਿਰੰਕਾਰ ਸਚ ਨਾਮ। ਇਸ ਤੋਂ ਪਹਿਲਾਂ ਨਾ ਉਹ ਹਿੰਦੂਇਜ਼ਮ ਦੇ ਵਰਤਾਰੇ ਦੱਸੇ ਗਏ। ਇੱਥੇ ਗੁਰਮਤਿ ਦਾ ਸਿਧਾਂਤ ਹੈ ਕਿ ਜੋ ਨਿਰਭਉ ਵਾਹਿਗੁਰੂ ਹੈ, ਉਹਦਾ ਆਕਾਰ ਕੋਈ ਨਹੀਂ। ਉਹਦਾ ਜਿਹੜਾ ਨਾਮ ਹੈ, ਗਿਆਨ ਰੂਪੀ ਨਾਮ ਰੱਬੀ ਉਪਦੇਸ਼ ਹੈ, ਉਹਨੂੰ ਖਿੜੇ ਮੱਥੇ ਮੰਨਣਾ ਹੈ। ਧਿਆਨ ਰੂਪੀ ਨਾਮ ਰੱਬ ਦੀ ਮਿੱਠੀ ਮਿੱਠੀ ਯਾਦ ਹੈ, ਉਸ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਣਾ ਹੈ। ਤੇ ਨਿਜ਼ਮ ਰੂਪੀ ਨਾਮ ਕੁਦਰਤ ਦੇ ਵਰਤਾਰਿਆਂ 'ਚ ਨਿਜ਼ਮ ਚੱਲ ਰਿਹਾ, ਉਹਨੂੰ ਸਮਝਣਾ ਹੈ ਤੇ ਜ਼ਿੰਦਗੀ ਜਿਉਣਾ ਹੈ। ਇਸ ਨਿਜ਼ਮ ਰੱਬੀ ਉਪਦੇਸ਼, ਇਹਦੇ ਵਿੱਚੋਂ ਸਾਰੇ ਜੋ ਰਚਨਾ ਹੈ ਰਚੀ ਜਾ ਰਹੀ ਹੈ। ਜਾ ਕਾ ਕੀਆ ਸਗਲ ਜਹਾਨ, ਇਹ ਸਾਰਾ ਸੰਸਾਰ ਉਸੇ ਦਾ ਪੈਦਾ ਕੀਤਾ। ਜਾਂ ਤਾਂ ਅੰਦਰ ਉਪਦੇਸ਼ ਪ੍ਰੇਰਨਾਵਾਂ ਵਿੱਚੋਂ ਸਿਰਜਣਾਵਾਂ ਹੋ ਰਹੀਆਂ ਨੇ, ਜਾਂ ਉਹਦੇ ਨਿਜ਼ਮ ਚੋਂ ਸਿਰਜਣਾ ਹੋ ਰਹੀ ਹੈ। ਜਿਹੜੀ ਰੱਬ ਦੇ ਨਿਜ਼ਮ ਚੋਂ ਸਿਰਜਣਾ ਹੁੰਦੀ ਹੈ, ਉਹ ਗੋਡ ਮੇਡ ਪ੍ਰੋਡਕਟ ਹੁੰਦੇ ਨੇ, ਰੱਬ ਦੀ ਬਣਾਈ ਵਸਤੂ। ਜਿਹੜੇ ਮਨੁੱਖ ਦੇ ਅੰਦਰ ਉਪਦੇਸ਼ ਪ੍ਰੇਰਨਾਵਾਂ ਵਿੱਚੋਂ, ਉਹਦੇ ਟੈਲੈਂਟ ਵਿੱਚੋਂ ਕੁਝ ਸਿਰਜਣਾ ਹੁੰਦੀ ਹੈ, ਉਹ ਮੈਨ ਮੇਡ ਪ੍ਰੋਡਕਟ ਹੁੰਦੇ ਨੇ। ਉਹਦੇ ਤੇ ਮੈਨੂਫੈਕਚਰਿੰਗ ਲਿਖਿਆ ਹੁੰਦਾ ਹੈ। ਇਹ ਸਾਰਾ ਜਹਾਨ
ਉਹਦਾ ਪੈਦਾ ਕੀਤਾ ਹੋਇਆ ਹੈ। ਸੇਵਕ ਸੇਵੈ ਕਰਮ ਚੜਾਓ। ਤੇ ਜਿਹੜੇ ਉਹਦੇ ਸੇਵਕ ਬਣਦੇ ਨੇ, ਜਿਨ੍ਹਾਂ ਨੂੰ ਸਮਝ ਆ ਗਈ ਰੱਬ ਨੂੰ ਸਮਰਪਿਤ ਹੋ ਕੇ ਜਿਉਣਾ ਹੈ, ਗੁਰੂ ਪਿਤਾ ਜੀ ਨੂੰ ਸਮਰਪਿਤ ਹੋ ਕੇ ਜਿਉਣਾ ਹੈ, ਉਹ ਗੁਰੂ ਪਿਤਾ ਜੀ ਦੀ ਕੌਮ ਦੀ ਚੜ੍ਹਦੀ ਕਲਾ ਲਈ ਆਪਾ ਵਾਰਦੇ ਨੇ ਤੇ ਰੱਬ ਨੂੰ ਸਮਰਪਿਤ ਹੋਣ ਕਰਕੇ ਉਹ ਰੱਬ ਦੀ ਬਣਾਈ ਦੁਨੀਆ ਦੇ ਭਲੇ ਲਈ ਆਪਾ ਵਾਰਦੇ ਨੇ। ਉਹਨਾਂ ਨੂੰ ਬਖਸ਼ਿਸ਼ ਮਿਲਦੀ ਹੈ ਕਰਮ, ਤੇ ਬਖਸ਼ਿਸ਼ ਦੇ ਨਾਲ ਚੜਾਓ, ਅੰਦਰ ਚੜ੍ਹਦੀ ਕਲਾ, ਅੰਦਰ ਖੁਸ਼ੀ ਆਨੰਦ ਬਣਦਾ ਹੈ। ਕਿਹਨਾਂ ਦੇ? ਭਿੰਨੀ ਰਹਿਣ ਜਿਨ੍ਹਾਂ ਮਨ ਚਾਓ, ਜਿਨ੍ਹਾਂ ਦੇ ਅੰਦਰ ਚਾਓ ਹੈ ਸੇਵਕ ਬਣਨ ਦਾ, ਸੇਵਕ ਬਣ ਕੇ ਜੀਵਨ ਸਫਲ ਕਰਨ ਦਾ, ਦੂਜਿਆਂ ਲਈ ਆਪਾ ਵਾਰਨ ਦਾ। ਭਿੰਨੀ ਰਹਿਣ ਦੇ ਅਰਥ ਹੈ ਉਹਨਾਂ ਦੀ ਜੀਵਨ ਰੂਪੀ ਰਾਤ ਬੜੀ ਸੋਹਣੀ ਹੈ, ਸੁਹਾਵਣੀ ਹੈ। ਉਹਨਾਂ ਦਾ ਸੋਚ, ਉਹਨਾਂ ਦੀ ਸੋਚ, ਉਹਨਾਂ ਦਾ ਸੁਭਾਅ, ਉਹਨਾਂ ਦਾ ਵਿਜ਼ਨ ਮਿਸ਼ਨ, ਉਹਨਾਂ ਦੇ ਕਰਮ ਬੜੇ ਸੋਹਣੇ ਨੇ। ਇਹ ਪ੍ਰਾਪਤ ਕਿਵੇਂ ਹੁੰਦੇ ਨੇ? ਸਿੱਖੀ, ਸਿੱਖਿਆ, ਗੁਰ ਵਿਚਾਰ, ਗੁਰਬਾਣੀ ਅੰਦਰ ਜੋ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ, ਉਹ ਗੁਰਬਾਣੀ ਦੇ ਵਿੱਚ ਜਿੰਨੀਆਂ ਸਿੱਖਿਆਵਾਂ ਨੇ, ਗੁਰੂ ਪਾਤਸ਼ਾਹ ਦਾ ਗੁਰਸਰੂਪ ਹੈ। ਉਸ ਗੁਰਸਰੂਪ ਦੀ ਵਿਚਾਰ ਕਰਨੀ, ਮੇਰੇ ਭਲੇ ਲਈ ਕੀ ਹੈ ਇਹਦੇ 'ਚ। ਉਸ ਗੁਰਸਰੂਪ ਦੇ ਵਿੱਚ ਇਹ ਵੀ ਕਿਹਾ ਗਿਆ ਤੂੰ ਆਹ ਕੰਮ ਨਹੀਂ ਕਰਨੇ, ਵਿਚਾਰ ਕਰਨੀ ਹੈ, ਇਹਦੇ ਛੱਡਣ ਵਿੱਚ ਮੇਰਾ ਭਲਾ ਹੈ। ਆਹ ਕਰਮ ਕਰਨੇ ਨੇ, ਇਸ ਤਰ੍ਹਾਂ ਜਿਉਣਾ ਹੈ, ਇਸ ਤਰ੍ਹਾਂ ਜਿਉਣ ਨਾਲ, ਇਹ ਕਰਮ ਕਰਨ ਨਾਲ ਮੇਰਾ ਭਲਾ ਹੈ। ਜਿਨ੍ਹਾਂ ਨੇ ਵਿਚਾਰ ਕੀਤੀ, ਉਹਨਾਂ ਨੇ ਸਿੱਖਿਆ ਲੈ ਲਈ। ਜਿਨ੍ਹਾਂ ਸਿੱਖਿਆ ਲੈ ਲਈ, ਉਹਨਾਂ ਜ਼ਿੰਦਗੀ ਜਿਉਣ ਦੀ ਜੁਗਤ ਸਿੱਖ ਲਈ। ਆਖੋ ਵਾਹਿਗੁਰੂ। ਸਿੱਖੀ, ਸਿੱਖਿਆ, ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ, ਉਹਨਾਂ ਤੇ ਰੱਬ ਦੀ ਨਜ਼ਰ ਪਈ, ਬਖਸ਼ਿਸ਼ ਹੋਈ। ਬਖਸ਼ਿਸ਼ ਹੋਈ ਤੇ ਜੀਵਨ ਮੈਨੇਜ ਕਰਨਾ ਆ ਗਿਆ, ਪਾਰ ਲੰਘ ਗਏ, ਭਾਵ ਜੀਵਨ ਸਫਲ ਹੋ ਗਿਆ। ਬਾਕੀ ਫੇਲ ਹੋ ਗਏ, ਕੋਈ ਪੁੱਤਰਾਂ ਪੱਖੋਂ ਫੇਲ, ਕੋਈ ਪਤੀ ਪਤਨੀ ਦੇ ਰਿਸ਼ਤੇ ਪੱਖੋਂ ਫੇਲ, ਕੋਈ ਆਪਣੇ ਅੰਦਰ ਸ਼ਾਂਤੀ ਬਣਾਉਣ ਪੱਖੋਂ ਫੇਲ, ਕੋਈ ਆਪਣੇ ਅੰਦਰੋਂ ਸਹਿਜ ਬਣਾ ਕੇ ਰੱਖਣ ਵਿੱਚ ਫੇਲ। ਸਤਿਗੁਰੂ ਜੀ ਕਹਿਣ ਲੱਗੇ, ਇਦਾਂ ਕੇਵਲ ਧਰਮ ਦੇ ਕਰਮ ਕਰਦਿਆਂ ਆਪਣੇ ਆਪ ਨੂੰ ਨੱਚਣਾ, ਟੱਪਣਾ, ਝੂਮ ਝੂਮ ਕੇ ਘੁੰਮਣਾ, ਲੋਕ ਕਹਿੰਦੇ ਜੀ ਬੜੀ ਲੋਰ ਆਈ ਜੀ, ਇਹਨੂੰ ਬੜਾ ਪਿਆਰ ਵਿੱਚ ਭੇਜਿਆ ਜੀ, ਬੜਾ ਇਹ ਧਰਮ ਦੇ ਰੰਗ ਵਿੱਚ ਹੈ। ਉਹਦਾ ਫੋਕਸ ਕੀ ਹੈ? ਠੀਕ ਹੈ ਝੂਮਦਾ ਉਹ, ਪਰ ਫੋਕਸ ਤਾਂ ਪੈਸਾ ਹੈ, ਫੋਕਸ ਤਾਂ ਦੁਨਿਆਵੀ ਪ੍ਰਾਪਤੀਆਂ ਨੇ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਝੂਮ ਝੂਮ ਕੇ ਜੇ ਸਰੀਰ ਘੁੰਮ ਰਿਹਾ ਹੈ, ਅੰਦਰ ਫੋਕਸ ਕੁਛ ਹੋਰ ਹੈ। ਇੱਥੇ ਗੁਰਮਤਿ ਦਾ ਨੁਕਤਾ ਯਾਦ ਰੱਖਿਓ। ਅਸੀਂ ਬਾਣੀ ਵੀ ਪੜ੍ਹਦੇ ਹਾਂ, ਸੰਗਤ ਵੀ ਕਰਦੇ ਹਾਂ, ਕੀ ਸਾਡਾ ਫੋਕਸ ਜੇ ਕੇਵਲ ਦੁਨਿਆਵੀ ਪ੍ਰਾਪਤੀਆਂ ਵੱਲ ਖਿੱਚ ਹੈ ਨਾ, ਹਲੇ ਅੰਦਰ ਨਹੀਂ ਬਾਤ ਬਣੀ। ਜੇ ਸਵਾਰਥ ਚੰਗਾ ਲੱਗਦਾ ਹੈ, ਲੋਭ ਲਾਲਚ ਚੰਗਾ ਲੱਗਦਾ ਹੈ, ਹੰਕਾਰ ਗੁਮਾਨ ਵਿਖਾਵਾ ਚੰਗਾ ਲੱਗਦਾ, ਹਲੇ ਅੰਦਰ ਨਹੀਂ ਬਾਤ ਬਣੀ। ਸਤਿਗੁਰੂ ਜੀ ਕਹਿੰਦੇ ਬਾਹਰੋਂ ਉਹ ਲੱਗਦੇ ਨੇ, ਰਾਸ ਲੀਲਾ ਕਰਦੇ, ਘੁੰਮਦੇ ਨੇ, ਇਸ ਤਰ੍ਹਾਂ ਤਾਂ ਬਹੁਤ ਕੁਝ ਘੁੰਮ ਰਿਹਾ। ਕਹਿੰਦੇ ਕੋਲੂ ਚਰਖਾ ਚੱਕੀ ਚੱਕ, ਕੋਲੂ ਚਰਖਾ ਚੱਕੀ, ਘੁਮਿਆਰ ਦਾ ਚੱਕ, ਭਾਂਡੇ ਬਣਾਉਣ ਵਾਲਾ, ਸਾਰੇ ਘੁੰਮਦੇ ਨੇ। ਠਾਲ ਬਾਰੋਲੇ ਬਹੁਤ ਅਨੰਤ, ਅਣਗਿਣਤ ਹੀ ਮਾਰੂਥਲਾਂ ਵਿੱਚ ਬਰੋਲੇ ਉੱਠਦੇ ਨੇ ਹਵਾ ਦੇ, ਤੇ ਉਹ ਬਰੋਲੇ ਵੀ ਘੁੰਮਦੇ ਨੇ। ਲਾਟੂ ਮਾਧਾਣੀਆਂ ਅਨਗਾਹ, ਲਾਟੂ ਘੁੰਮਦੇ ਨੇ, ਮਧਾਣੀਆਂ ਘੁੰਮੀ ਜਾ ਰਹੀਆਂ, ਅਨਗਾਹ ਫਲਾ, ਜਿੱਥੇ ਕਣਕ ਹੁੰਦੀ ਸੀ, ਕਣਕ ਦੇ ਉੱਪਰ ਪਸ਼ੂ ਜਿਹੜੇ ਘੁੰਮਦੇ ਸਨ, ਉਹਨਾਂ ਦੇ ਪੈਰਾਂ ਨਾਲ ਫਿਰ ਉਹ ਦਲੇ ਜਾਂਦੇ ਸੀ, ਦਾਣੇ ਤੇ ਤੂੜੀ ਨਿਕਲਦੀ, ਉਹਨੂੰ ਅਨਗਾਹ ਕਹਿੰਦੇ, ਉਹ ਵੀ ਘੁੰਮਦੇ ਨੇ। ਪੰਖੀ ਭੌਂਦਿਆਂ ਲੈਣ ਨਾ ਸਾਹ, ਪੰਖੀ ਨੇ, ਪੰਛੀ ਆਕਾਸ਼ ਵਿੱਚ ਘੁੰਮਦੇ ਫਿਰਦੇ ਨੇ, ਸਾਹ ਹੀ ਨਹੀਂ ਲੈਂਦੇ। ਸੂਐ ਚਾੜ ਪੁਹਾਈਆਂ ਜੰਤ, ਜੰਤ ਸੂਲੀ ਤੇ, ਐਕਚੁਅਲੀ ਤੋਤਾ ਜਿਹੜਾ ਹੈ, ਉਹਨੂੰ ਪਕੜਨ ਵਾਸਤੇ ਉਹ ਨਲੀ ਰੱਖੀ ਹੁੰਦੀ, ਉਹਦੇ ਤੇ ਬੈਠਦਾ, ਘੁੰਮ ਜਾਂਦਾ, ਉਹ ਪਕੜਨ ਵਾਸਤੇ ਸੂਲੀ ਤੇ ਚਾੜ ਦਿੱਤਾ। ਇਦਾਂ ਇਹ ਜੋ ਕੁਛ ਵੀ ਸਰੀਰਕ ਪ੍ਰਕਿਰਿਆ ਹੈ, ਇਹ ਕੋਈ ਮਾਇਨੇ ਨਹੀਂ ਰੱਖਦੀ। ਨਾਨਕ ਭੌਂਦਿਆਂ ਗਣ ਤਨੈ ਅੰਤ। ਸਤਿਗੁਰੂ ਜੀ ਕਹਿੰਦੇ ਇਸੇ ਤਰੀਕੇ ਨਾਲ ਮਨੁੱਖ ਜਿਹੜੇ ਨੇ ਉਹ ਭਟਕਣਾ ਵਿੱਚ ਪਏ ਹੋਏ ਨੇ, ਗਿਣਤੀ ਹੋਈ ਨਹੀਂ ਹੈ, ਬੇਅੰਤ ਤਰ੍ਹਾਂ ਦੀ ਭਟਕਣਾ ਹੈ। ਮਨ ਭਟਕਣਾ ਵਿੱਚ ਪਿਆ ਹੋਇਆ, ਅਸਲੀ ਮਕਸਦ ਨੂੰ ਭੁੱਲੀ ਬੈਠਾ ਹੈ, ਇੰਪੋਰਟੈਂਟ ਸੈਕਟਰ ਨੂੰ ਇਗਨੋਰ ਕਰ ਦਿੰਦਾ ਹੈ, ਅਨਸੈਸਰੀ ਵੱਲ ਘੁੰਮਦਾ ਰਹਿੰਦਾ ਹੈ, ਭੱਜਿਆ ਰਹਿੰਦਾ ਹੈ। ਬੰਧਨ ਬੰਧ ਭਵਾਏ ਸੋਏ, ਇਹ ਮਨ ਦੇ ਵਿਚਾਰਾਂ, ਸੋਚਾਂ, ਰਸਾਂ, ਕਸਾਂ ਦੇ ਬੰਧਨਾਂ ਵਿੱਚ ਭਟਕਣਾ ਵਿੱਚ ਪਿਆ ਹੋਇਆ, ਪਿਆ ਸੋਏ, ਭਵਾਏ ਸੋਏ,
ਰੱਬ ਨੇ ਨਿਯਮ ਹੀ ਐਸਾ ਬਣਾਇਆ ਹੈ, ਉਸ ਨਿਯਮ ਵਿੱਚ ਜਿਸ ਤਰ੍ਹਾਂ ਦੀ ਭਾਵਨਾ ਹੋਏਗੀ, ਜਿਸ ਤਰ੍ਹਾਂ ਦੀ ਖਿੱਚ ਹੋਏਗੀ, ਜਿਸ ਤਰ੍ਹਾਂ ਦਾ ਜਜ਼ਬਾ ਹੋਏਗਾ, ਜ਼ਿੰਦਗੀ ਉਧਰ ਹੀ ਚੱਲ ਪਵੇਗੀ। ਤੇ ਉਹ ਭਾਵਨਾ ਦੁਨਿਆਵੀ ਖਿੱਚ ਹੈ, ਦੁਨਿਆਵੀ ਪ੍ਰਾਪਤੀਆਂ ਦੀ ਨੂੰ ਸਭ ਤੋਂ ਉੱਤਮ ਮੰਨੀ ਬੈਠਾ ਹੈ ਮਨੁੱਖ। ਉਹਦੇ ਕਰਕੇ ਭਟਕਿਆ ਹੋਇਆ, ਉਸਦੇ ਨਿਯਮ ਨੇ ਭੁਆਏ ਹੋਏ ਨੇ। ਪਿਆ ਕਿਰਤ ਨਚੈ ਸਭ ਕੋਏ। ਤੇ ਉਹ ਆਪਣੇ ਮਨ ਦੀ ਜਿਹੜੀ ਕਿਰਤ ਹੈ, ਮਨ ਕਿਸ ਤਰ੍ਹਾਂ ਨਾਲ ਸੋਚਦਾ ਹੈ, ਕਿਹੜੀ ਭਾਵਨਾ ਰੱਖਦਾ ਹੈ, ਕਿਸ ਤਰ੍ਹਾਂ ਮਨ ਦੇ ਅੰਦਰ ਸੋਝੀ ਹੈ, ਉਸੇ ਤਰ੍ਹਾਂ ਦੀ ਇਹ ਜ਼ਿੰਦਗੀ ਨੱਚਦੀ ਪਈ ਹੈ, ਉਲਝਦੀ ਪਈ ਹੈ। ਨੱਚ ਨੱਚ ਹੱਸਾਂ ਚੱਲਾਂ ਸੇ ਰੋਏ। ਤੇ ਉਹ ਜਿਹੜੇ ਸੀ ਉਹ ਤਾਂ ਕਿਰਤ ਕਰਨ ਕਰਕੇ, ਰੁਜ਼ਗਾਰ ਕਰਕੇ ਬੰਧਨ ਵਿੱਚ ਪਏ ਹੋਏ ਨੇ, ਨੱਚਦੇ ਨੇ, ਹੱਸਦੇ ਨੇ। ਮਨੁੱਖ ਆਪਣੇ ਵਿਚਾਰਾਂ, ਭਾਵਨਾਵਾਂ, ਜਜ਼ਬਿਆਂ ਦੇ ਬੰਧਨਾਂ ਵਿੱਚ ਜ਼ਿੰਦਗੀ ਦਾ ਨਾਚ ਨੱਚਦਾ ਹੈ, ਖੁਸ਼ੀਆਂ ਮਨਾਉਂਦਾ ਹੈ, ਚੱਲਾਂ ਸੇ ਰੋਏ, ਅਖੀਰ ਪਛਤਾਵਾ ਪੱਲੇ ਪਾ ਕੇ ਚਲਾ ਜਾਂਦਾ। ਖੁਸ਼ੀਆਂ ਮਨਾਉਂਦਾ ਨਿੰਦਾ ਚੁਗਲੀ ਦੇ ਰਸਾਂ ਦੀਆਂ, ਸਵਾਰਥ ਦੀਆਂ, ਲੋਭ ਲਾਲਚ ਦੀਆਂ, ਹੰਕਾਰ ਗਮਾਨ ਵਿਖਾਵੇ ਦੀਆਂ। ਬੜਾ ਖੁਸ਼ ਹੁੰਦਾ ਹੈ, ਘਰ ਵਿੱਚੋਂ ਵੀ ਫੇਲ, ਬੱਚਿਆਂ ਵਿੱਚੋਂ ਫੇਲ, ਜ਼ਿੰਦਗੀ ਚੋਂ ਫੇਲ, ਅਖੀਰ ਪਛਤਾਵੇ ਵਿੱਚ ਚਲੇ ਜਾਂਦਾ। ਉੱਡ ਨਾ ਜਾਹੀਂ ਸਿੱਧ ਨਾ ਹੋਏ। ਇਦਾਂ ਇਹ ਉੱਡਣ ਨਾਲ ਫਲਾਨਾ ਇਦਾਂ ਹੈ ਜੀ, ਇਹ ਉਹ ਹੈ ਜੀ, ਬਹੁਤ ਸਰੀਰ ਝੂਮਦਾ ਹੈ ਜੀ। ਕਹਿੰਦੇ ਇਦਾਂ ਕੋਈ ਸਿੱਧ ਨਹੀਂ ਹੋ ਜਾਂਦਾ, ਇਦਾਂ ਕੋਈ ਧਰਮੀ ਨਹੀਂ ਹੋ ਜਾਂਦਾ। ਨੱਚਣ ਖੁੱਦਣ ਮਨ ਕਾ ਚਾਓ। ਐਕਚੁਅਲੀ ਇਹ ਜਿਹੜਾ ਸਰੀਰ ਦਾ ਨੱਚਣਾ ਟੱਪਣਾ ਹੈ ਨਾ, ਇਹ ਤਾਂ ਮਨ ਦਾ ਚਾਓ ਹੈ, ਮਨ ਇਹੀ ਲੋੜਦਾ ਹੈ। ਇਹਦਾ ਧਰਮ ਨਾਲ ਸੰਬੰਧ ਨਹੀਂ ਹੈ। ਧਰਮ ਨਾਲ ਸੰਬੰਧ ਕੀ ਹੈ? ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ। ਜਿਨ੍ਹਾਂ ਦੇ ਮਨ ਵਿੱਚ ਗੂੜੀ ਪ੍ਰੀਤ ਹੈ ਗੁਰੂ ਪਿਤਾ ਦੀ, ਵਾਹਿਗੁਰੂ ਜੀ ਦੀ ਗੂੜੀ ਪ੍ਰੀਤ ਹੈ, ਉਹਨਾਂ ਦੇ ਮਨ ਵਿੱਚ ਰੱਬੀ ਭੈ ਹੈ। ਰੱਬੀ ਭੈ ਕੀ ਹੁੰਦਾ ਹੈ? ਕੌਨਸ਼ੀਅਸਨੈਸ, ਚੇਤਨਾ। ਮੈਂ ਗੁਰੂ ਦਾ ਸਿੱਖ ਹਾਂ। ਮੈਂ ਗੁਰੂ ਦਾ ਸਿੱਖ ਹੋ ਕੇ ਗੁਰੂ ਦੇ ਉਪਦੇਸ਼ਾਂ ਦੇ ਉਲਟ ਜਿਉਂਦਾ ਚੰਗਾ ਨਹੀਂ ਲੱਗਦਾ। ਮੈਂ ਰੱਬ ਦਾ ਬਣਾਇਆ ਪੁੱਤਰ ਹਾਂ, ਰੱਬੀ ਨਿਯਮਾਂ ਦੀ ਉਲੰਘਣਾ ਕਰਦਾ ਮੈਂ ਚੰਗਾ ਨਹੀਂ ਲੱਗਦਾ। ਇਹਨੂੰ ਕਹਿੰਦੇ ਨੇ ਨਿਰਮਲ ਭਾਵ। ਪੁਰਾਤਨ ਸਮਿਆਂ ਦੇ ਵਿੱਚ ਧੀਆਂ ਭੈਣਾਂ ਵਿਹੜੇ 'ਚ ਬੈਠੀਆਂ ਹੁੰਦੀਆਂ, ਬਜ਼ੁਰਗ ਬਾਹਰੋਂ ਆਉਂਦੇ, ਦਰਵਾਜ਼ੇ ਤੇ ਪਹੁੰਚ ਕੇ ਨਾ ਖੰਗੂਰਾ ਮਾਰਦੇ, ਏਦਾਂ ਕਰਦੇ, ਧੀਆਂ ਭੈਣਾਂ ਸਿਰ ਢੱਕ ਲੈਂਦੀਆਂ ਸੀ ਕਿ ਬਾਪੂ ਕੀ ਆਖੇਗਾ, ਨੰਗੇ ਸਿਰ ਬੈਠੇ। ਇਹਨੂੰ ਕਹਿੰਦੇ ਨੇ ਨਿਰਮਲ ਭਾਵ। ਜਿਨ੍ਹਾਂ ਦੇ ਅੰਦਰ ਨਿਰਮਲ ਭਾਵ ਹੈ, ਜਿਨ੍ਹਾਂ ਦੇ ਅੰਦਰ ਗੂੜੀ ਪ੍ਰੀਤ ਹੈ, ਉਹ ਅਸਲੀ ਧਰਮੀ ਨੇ। ਬਾਕੀ ਇਕੱਲੇ ਧਰਮ ਦੇ ਕਰਮ ਕਰਨ ਵਾਲਾ ਤਾਂ ਕਰਮਕਾਂਡ ਵਿੱਚ ਫਸਿਆ ਹੋਇਆ। ਪੌੜੀ ਅੱਗੋਂ ਪੌੜੀ ਵਿੱਚ ਦੱਸ ਰਹੇ ਨੇ, ਨਾ ਉਹ ਤੇਰਾ ਨਿਰੰਕਾਰ ਹੈ, ਨਾ ਇਹ ਲਿਆ ਨਰਕ ਨਾ ਜਾਈਏ। ਨਿਰੰਕਾਰ ਰੱਬ ਦਾ ਕੋਈ ਆਕਾਰ ਨਹੀਂ, ਤੇ ਉਹਦਾ ਜਿਹੜਾ ਨਾਮ ਹੈ ਨਾ ਉਪਦੇਸ਼, ਉਹਦਾ ਵੀ ਕੋਈ ਆਕਾਰ ਨਹੀਂ। ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਇਹ ਗੁਰੂ ਤੋਂ ਲਈਆਂ ਜਾਂਦੀਆਂ ਨੇ। ਜਿਹਨੇ ਗੁਰੂ ਤੋਂ ਰੱਬੀ ਉਪਦੇਸ਼ ਲੈ ਲਿਆ, ਗਿਆਨ ਰੂਪੀ ਨਾਮ ਲੈ ਲਿਆ, ਉਹਨੂੰ ਜ਼ਿੰਦਗੀ ਜਿਉਇਆ, ਉਹ ਚਿੰਤਾਵਾਂ ਦੁੱਖਾਂ ਦੇ ਨਰਕ ਵਿੱਚ ਨਹੀਂ ਜਿਉਂਦਾ। ਉਹ ਵਿਸ਼ਵਾਸ ਆਨੰਦ ਦੇ ਰਸ ਵਿੱਚ ਜਿਉਂਦਾ ਹੈ। ਉਹ ਆਪਣੇ ਗੁਰੂ ਪਿਤਾ ਨੂੰ, ਆਪਣੇ ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਹਮੇਸ਼ਾ ਸੋਚਦਾ ਹੈ ਕਿ ਜੋ ਰੱਬੀ ਵਰਤਾਰੇ ਵਰਤ ਰਹੇ ਨੇ, ਮੇਰੇ ਭਲੇ ਲਈ ਵਰਤ ਰਹੇ ਨੇ, ਕਿਉਂਕਿ ਇੱਥੇ ਸਾਰੇ ਵਰਤਾਰੇ ਉਹਦੇ ਕੌਤਕ ਨੇ। ਜਪਜੀ ਸਾਹਿਬ ਵਿੱਚ ਸਿਖਾਇਆ ਨਾ ਕਿ ਜਦੋਂ ਗਿਆਨ ਖੰਡ, ਜਦੋਂ ਅੰਦਰ ਜੀਵਨ ਵਿੱਚ ਸੋਝੀ ਆਉਂਦੀ ਹੈ ਨਾ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਫਿਰ ਉਹ ਸੋਝੀ ਹੀ ਰਹਿਨਮਾਈ ਕਰਦੀ ਹੈ। ਤਿੱਥੈ ਨਾਦ ਵਿਨੋਦ ਕੋੜ ਆਨੰਦ। ਫਿਰ ਏਦਾਂ ਮਹਿਸੂਸ ਹੁੰਦਾ ਕਿ ਜੋ ਵਰਤਾਰੇ ਵਰਤ ਰਹੇ ਨੇ, ਇਹ ਅਣਗਿਣਤ ਮੇਰੇ ਦਾਤੇ ਦੇ ਕੌਤਕ ਵਾਪਰ ਰਹੇ ਨੇ, ਤੇ ਉਹਦਾ ਹਰ ਕੌਤਕ ਮੇਰੇ ਭਲੇ ਲਈ ਵਾਪਰ ਰਿਹਾ। ਜਿਹਨੂੰ ਇਹ ਮਹਿਸੂਸ ਹੋ ਗਿਆ ਨਾ, ਉਹ ਚਿੰਤਾ ਦੇ ਨਰਕ ਵਿੱਚ ਨਹੀਂ ਜਿਉਂਦਾ, ਉਹ ਦੁੱਖਾਂ ਦੇ ਨਰਕ ਵਿੱਚ ਨਹੀਂ ਜਿਉਂਦਾ। ਉਹ ਉਤਸ਼ਾਹ, ਉਮਾਹੜਾ, ਚੜ੍ਹਦੀ ਕਲਾ ਦੇ ਰਸ ਵਿੱਚ ਜਿਉਂਦਾ ਹੈ। ਕਹਿਣਾ ਬੜਾ ਸੌਖਾ ਹੁੰਦਾ, ਚੜ੍ਹਦੀ ਕਲਾ, ਇਹਨੂੰ ਜਿਉਣਾ ਹੈ। ਆਖੋ ਵਾਹਿਗੁਰੂ। ਉਹਦੇ ਲਈ ਗੁਰੂ ਤੋਂ ਗਿਆਨ ਰੂਪੀ ਨਾਮ ਲੈਣਾ, ਉਪਦੇਸ਼। ਫਿਰ ਸਮਝ ਪਵੇਗੀ, ਜੀਓ ਪਿੰਡ ਸਭ ਤਿਸ ਦਾ, ਦੇਖਾ ਜਾਏ ਆਖ ਗਵਾਈ ਹੈ। ਇਹ ਜੀਵਨ ਜਿਸ ਵਾਹਿਗੁਰੂ ਜੀ ਨੇ ਦਿੱਤਾ ਹੈ, ਇਹ ਸਰੀਰ ਜਿਸ ਵਾਹਿਗੁਰੂ ਜੀ ਦਾ ਹੈ,
ਉਹ ਖਾਣ ਵਾਸਤੇ ਸਾਨੂੰ ਰਿਜ਼ਕ ਦੇ ਰਿਹਾ ਹੈ, ਬਹੁਤ ਕੁਝ ਦੇ ਰਿਹਾ ਹੈ। ਉਹਦੀ ਗਿਣਤੀ ਨਹੀਂ ਕਰ ਸਕਦੇ, ਆਖ ਗਵਾਈ ਹੈ, ਉਹਦਾ ਅੰਦਾਜ਼ਾ ਨਹੀਂ ਲਾ ਸਕਦੇ। ਅਸੀਂ ਤਾਂ ਭੇਦ ਹੀ ਨਹੀਂ ਪਾ ਸਕਦੇ ਕਿੰਨਾ ਕੁਝ ਦਿੰਦੇ ਨੇ ਪ੍ਰਭੂ ਜੀ ਸਾਨੂੰ। ਸੋਹਿਲਾ ਸਾਹਿਬ ਦੀ ਬਾਣੀ ਵਿੱਚ ਨਿੱਤ ਅਸੀਂ ਪੜ੍ਹਦੇ ਹਾਂ ਨਾ, ਤੇਰੇ ਦਾਨਾ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ਮਾਰ। ਤੇਰੇ ਤੋਂ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੀਮਤ ਤੇ ਕੀ ਪਾਈ ਜਾਣੀ ਹੈ, ਤੈਨੂੰ ਵੈਲਿਊ ਤੇ ਕੀ ਸਮਝ ਆਉਣੀ ਹੈ, ਤੇਥੋਂ ਗਿਣਤੀ ਨਹੀਂ ਹੋ ਸਕਦੀ। ਆਖੋ ਵਾਹਿਗੁਰੂ। ਇਹ ਤਾਂ ਸ਼ੁਕਰਾਨੇ ਦੀ ਖੇਡ ਹੈ। ਇੱਥੇ ਤਾਂ ਸ਼ੁਕਰਾਨੇ, ਵਿਸ਼ਵਾਸ, ਉਤਸ਼ਾਹ ਵਿੱਚ ਜਿਉਣ ਦਾ ਮਾਰਗ ਹੈ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨਹੁ ਨੀਚ ਸਦਾਈ ਹੈ। ਜੇ ਤੂੰ ਲੋੜਦਾ ਨਾ ਆਪਣਾ ਭਲਾ, ਚੰਗਾ ਆਪਣਾ ਦੇ ਅਰਥ ਆਪਣਾ ਭਲਾ, ਕਰ ਪੁੰਨਹੁ। ਪੁੰਨ ਕੀ ਹੁੰਦਾ ਹੈ? ਦੂਜਿਆਂ ਦੇ ਭਲੇ ਦੇ ਕਾਰਜ ਕਰ, ਪਰਉਪਕਾਰੀ ਬਣ, ਪਰਉਪਕਾਰ ਦੇ ਮਿਸ਼ਨ ਤੇ ਤੁਰ ਕੇ ਨੀਚ ਸਦਾਈ ਹੈ। ਆਪਣੇ ਆਪ ਨੂੰ ਨੀਵਾਂ ਸਮਝ, ਆਪਣੇ ਆਪ ਨੂੰ ਨਿਮਾਣਾ ਮੰਨ। ਪਰਉਪਕਾਰ ਕਰਨਾ ਹੈ, ਹੰਕਾਰ ਨਹੀਂ, ਨਿਮਰਤਾ ਵਿੱਚ ਜਿਉਣਾ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੇਂਦੀ ਆਈ ਹੈ। ਇਹ ਗੱਲ ਦਾ ਯਾਦ ਰੱਖੀ। ਜਰ ਹੁੰਦਾ ਵਡੇਪਾ। ਜਦੋਂ ਵਡੇਪਾ ਆਉਂਦਾ ਨਾ, ਜੇ ਕੋਈ ਆਪਣੀ ਤਾਕਤ ਦੇ ਨਾਲ, ਕੋਈ ਕਵੇ ਪੈਸੇ ਦੀ ਤਾਕਤ, ਪਦਵੀ ਦੀ ਤਾਕਤ, ਜਿਸ ਦਾ ਵੀ ਉਹਦੇ ਕੋਲ ਜ਼ੋਰ ਹੈ, ਉਹ ਸੋਚੇ ਮੈਂ ਆਪਣੇ ਵਡੇਪੇ ਨੂੰ ਧੱਕ ਦਿਆਂਗਾ, ਨਹੀਂ ਧੱਕਿਆ ਜਾਏਗਾ। ਵਡੇਪੇ ਨੇ ਆ ਜਾਣਾ, ਤੇ ਜਦੋਂ ਵਡੇਪੇ ਨੇ ਆ ਜਾਣਾ, ਕੋ ਰਹਿ ਨਾ ਭਰੀਐ ਪਾਈਐ। ਪਾਈਐ ਸਮੁੰਦਰੀ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਸਮੁੰਦਰ ਦੇ ਵਿੱਚ ਕਿਵੇਂ ਅੰਦਾਜ਼ਾ ਲਾਉਣ ਕਿ ਸਮਾਂ ਕਿਹੜਾ ਹੈ। ਸਮੁੰਦਰ ਵਿੱਚ ਤਾਂ ਕਈ ਵਾਰ ਇਹ ਵੀ ਨਹੀਂ ਪਤਾ ਲੱਗਦਾ ਕਿ ਈਸਟ ਵੈਸਟ ਕਿੱਧਰ ਹੈ, ਕਿਉਂਕਿ ਦੂਰ ਦੂਰ ਤੱਕ ਕੁਛ ਦਿਸਦਾ ਨਹੀਂ। ਉਹ ਇੱਕ ਬਰਤਨ ਰੱਖਦੇ ਸੀ, ਉਹਨੂੰ ਪਾਈ ਕਹਿੰਦੇ ਸੀ। ਉਹਦੇ 'ਚ ਇੱਕ ਛੋਟਾ ਜਿਹਾ ਛੇਕ ਹੁੰਦਾ ਸੀ, ਉਹਨੂੰ ਪਾਣੀ ਦੇ ਵਿੱਚ ਅੱਧਾ ਲਟਕਾਇਆ ਜਾਂਦਾ ਸੀ। ਉਹਦੇ ਵਿੱਚ ਛੇਕ ਵਿੱਚੋਂ ਦੀ ਥੋੜਾ ਥੋੜਾ ਪਾਣੀ ਪਈ ਜਾਂਦਾ, ਤੇ ਇੱਕ ਅੰਦਾਜ਼ਾ ਹੁੰਦਾ ਸੀ ਇੰਨੇ ਚਿਰ 'ਚ ਭਰ ਜਾਂਦੀ ਹੈ, ਤੇ ਪਤਾ ਲੱਗਦਾ ਸੀ ਇੰਨਾ ਸਮਾਂ ਬੀਤ ਗਿਆ। ਜਦੋਂ ਤੇਰੇ ਸਵਾਸਾਂ ਦੀ ਪਾਈ ਭਰ ਕੇ ਪਿਆਰਿਆ, ਇਹ ਮੌਤ ਆਉਣੀ ਹੈ। ਇਸ ਜੀਵਨ ਨੂੰ ਸਮਝ, ਜੀਵਨ ਦੀ ਵੈਲਿਊ ਨੂੰ ਸਮਝ। ਨਿੱਕੇ ਨਿੱਕੇ ਮਕਸਦ ਲਈ ਇਹ ਜੀਵਨ ਨਾ ਗਵਾ। ਆਪਣੇ ਅੰਦਰ ਇਸ ਜੀਵਨ ਪ੍ਰਤੀ, ਜੀਵਨ ਦੇ ਅਸਲੀ ਵਿਜ਼ਨ ਨੂੰ ਸਮਝ। ਇਹਨੂੰ ਸਫਲ ਕਰਨ ਵਾਸਤੇ ਗੁਰੂ ਦੀਆਂ ਸਿੱਖਿਆਵਾਂ ਦਾ ਸਹਾਰਾ ਲੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਹ ਸ਼ਲੋਕ ਅਗਲੀ 6ਵੀਂ ਪੌੜੀ ਦੇ ਨਾਲ ਹੁਣ ਦੱਸ ਰਹੇ ਨੇ ਵੱਖ-ਵੱਖ ਧਰਮਾਂ ਦੇ ਲੋਕ ਕਿੱਦਾਂ ਧਰਮ ਨਿਭਾ ਰਹੇ ਨੇ ਤੇ ਗੁਰਮਤ ਕੀ ਹੈ। ਇੱਥੇ ਯਾਦ ਰੱਖਿਓ, ਗੁਰਬਾਣੀ ਨੂੰ ਸਮਝਣ ਵਾਸਤੇ ਪਹਿਲਾਂ ਦੂਸਰੇ ਧਰਮਾਂ ਦਾ ਜ਼ਿਕਰ ਹੈ, ਫਿਰ ਗੁਰਮਤ ਦਾ ਜ਼ਿਕਰ ਹੈ। ਕਈ ਵਾਰੀ ਅਸੀਂ ਇੱਥੇ ਜੋ ਦੂਸਰੇ ਧਰਮਾਂ ਦਾ ਜ਼ਿਕਰ ਹੈ ਨਾ, ਖਾਸ ਤੌਰ ਤੇ ਜੋਗੀਆਂ ਦਾ, ਉਹਨੂੰ ਗੁਰਮਤ ਬਣਾ ਕੇ ਪ੍ਰਚਾਰ ਰਹੇ ਹਾਂ ਵੀ ਆਹ ਦੇਖੋ ਜੀ ਗੁਰਬਾਣੀ 'ਚ ਏਦਾਂ ਲਿਖਿਆ। ਇਹ ਦੱਸਦੇ ਨਹੀਂ ਕਿ ਉਹ ਜਿਹੜੀ ਇੱਕ ਪੰਕਤੀ ਤੁਸੀਂ ਚੁੱਕ ਰਹੇ ਹੋ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ, ਇੱਥੇ ਤਾਂ ਉਹ ਜੋਗੀਆਂ ਦੀ ਗੱਲ ਕੀਤੀ ਗਈ ਹੈ। ਗੁਰਮਤ ਤਾਂ ਅਖੀਰ ਤੇ ਹੈ। ਸਭ ਤੋਂ ਪਹਿਲਾਂ ਮੁਸਲਮਾਨ ਵੀਰ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰਾਂ ਵਿਚਾਰ। ਮੁਸਲਮਾਨ ਵੀਰ ਸ਼ਰ੍ਹਾਂ ਬਾਰੇ ਪੜ੍ਹਦੇ ਨੇ, ਜੋ ਉਹਨਾਂ ਦੇ ਆਲਮ ਫਾਜ਼ਲ ਲਿਖ ਗਏ ਨੇ। ਉਹ ਸ਼ਰ੍ਹਾਂ ਨੂੰ ਪੜ੍ਹ ਪੜ੍ਹ ਕੇ ਉਹਦੀ ਵਿਚਾਰ ਕਰਦੇ ਨੇ ਤੇ ਲੋਕਾਂ ਨੂੰ ਇੰਝ ਧਰਮ ਸਮਝਾ ਰਹੇ ਨੇ। ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਉ ਦੀਦਾਰ, ਕਿ ਜਿਹੜੇ ਖੁਦਾ ਦੇ ਦਰਸ਼ਨਾਂ ਦੀ ਭੁੱਖ ਰੱਖ ਕੇ ਸ਼ਰ੍ਹਾਂ ਦੀ ਬੰਦਿਸ਼ ਵਿੱਚ ਪੈਣਗੇ, ਉਹ ਅਸਲੀ ਮੁਸਲਮਾਨ ਹੋਣਗੇ। ਉਹ ਇਸ ਤਰੀਕੇ ਨਾਲ ਸਿਖਾਉਂਦੇ ਨੇ। ਤੇ ਹਿੰਦੂ ਵੀਰ, ਹਿੰਦੂ ਸਾਲਾ ਹੀ ਸਾਲਾ ਹਨ ਦਰਸ਼ਨ ਰੂਪ ਅਪਾਰ, ਕਿ ਹਿੰਦੂ ਵੀਰ ਦਰਸ਼ਨ ਦੇ ਅਰਥ ਇੱਥੇ ਸ਼ਸਤਰ ਨੇ, ਉਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਨੇ, ਸਿਮਰਤੀਆਂ, ਸ਼ਾਸਤਰ ਆਦਿਕ। ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਦੱਸੇ ਹੋਏ ਜੋ ਸਿਫਤ ਸਲਾਘਾ ਹੈ ਉਹ ਕਰਦੇ ਨੇ, ਤੇ ਬੇਅੰਤ ਪ੍ਰਕਾਰ ਦੇ ਉਹ ਰੂਪ ਦੱਸਦੇ ਨੇ ਰੱਬ ਦੇ। ਬੇਅੰਤ ਤਰ੍ਹਾਂ ਦੇ ਦੇਵੀ ਦੇਵਤਿਆਂ ਦੇ ਰੂਪ ਵਿੱਚ ਪ੍ਰਚਾਰਦੇ ਨੇ। ਤੀਰਥ ਨਹਾਵੈਂ ਅਰਚਾ ਪੂਜਾ ਅਗਰਵਾਸ ਵਹਕਾਰ, ਤੇ ਉਹ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਮੂਰਤੀਆਂ ਦੇ ਅੱਗੇ ਭੇਟਾਵਾਂ ਰੱਖਦੇ ਨੇ। ਅਗਰ ਹੁੰਦਾ ਚੰਦਨ, ਚੰਦਨ ਦੀ ਸੁਗੰਧੀ, ਬਹਕਾਰ, ਬਹੁਤ ਤਰ੍ਹਾਂ ਦੀਆਂ ਖੁਸ਼ਬੂਆਂ ਉੱਥੇ ਉਹ ਜਾਣੀ ਮੂਰਤੀ ਦੇ ਅੱਗੇ ਕਰਕੇ ਪੂਜਾ ਕਰਦੇ ਨੇ। ਪਹਿਲਾ ਤਰੀਕਾ ਮੁਸਲਮਾਨ ਵੀਰਾਂ ਦਾ, ਦੂਸਰਾ ਹਿੰਦੂ ਵੀਰਾਂ ਦਾ, ਹੁਣ ਤੀਸਰਾ ਜੋਗੀਆਂ ਦਾ। ਜੋਗੀ ਸੁਨ ਧਿਆਵਨ ਜੇਤੇ ਅਲਖ ਨਾਮ ਕਰਤਾਰ। ਜੋਗੀ ਜਿਹੜੇ ਨੇ ਉਹ ਸਮਾਧੀ ਲਾਉਂਦੇ ਨੇ,
ਸਮਾਧੀ ਲਾ ਕੇ ਧਿਆਉਂਦੇ ਨੇ ਤੇ ਉਹ ਕਹਿੰਦੇ ਨੇ ਉਹਦਾ ਨਾਮ ਜਿਹੜਾ ਉਹ ਅਲੱਖ ਹੈ ਕਰਤਾਰ ਦਾ, ਉਹ ਅਲੱਖ ਅਲੱਖ ਉਚਾਰਨ ਕਰਦੇ ਨੇ ਤੇ ਉਹ ਕਹਿੰਦੇ ਨੇ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉਹ ਕਹਿੰਦੇ ਨੇ ਉਹਦਾ ਜਿਹੜਾ ਰੂਪ ਹੈ ਬੜਾ ਸੂਖਮ ਹੈ ਤੇ ਉਹ ਸੂਖਮ ਰੂਪ ਉਹਦੀ ਮੂਰਤ ਹੈ ਤੇ ਇਹ ਕਾਇਆ ਉਹਦਾ ਆਕਾਰ ਹੈ, ਉਹ ਸੂਖਮ ਰੂਪ ਦਾ ਆਕਾਰ ਹੈ ਤੇ ਇਸ ਤਰੀਕੇ ਨਾਲ ਉਹ ਸਮਾਧੀ ਲਾ ਕੇ ਉਹ ਭਗਤੀ ਕਰਦੇ ਨੇ। ਨੋਟ ਕਰਿਓ, ਕਈ ਵਾਰੀ ਅਸੀਂ ਇਸ ਨੂੰ ਗੁਰਮਤ ਬਣਾ ਕੇ ਪੇਸ਼ ਕਰਦੇ ਹਾਂ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਉੱਪਰ 2 ਪੰਕਤੀਆਂ ਮੁਸਲਮਾਨ ਵੀਰਾਂ ਦਾ ਤਰੀਕਾ, ਇਸਲਾਮ ਧਰਮ ਦਾ ਤਰੀਕਾ, ਉਸ ਤੋਂ ਬਾਅਦ ਹਿੰਦੂ ਮਤ ਦਾ ਤਰੀਕਾ, ਫਿਰ ਜੋਗੀਆਂ ਦਾ ਤਰੀਕਾ। ਹੁਣ ਇਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਵੀ ਕੁਝ ਲੋਕ ਇਸ ਨੂੰ ਧਰਮ ਮੰਨਦੇ ਨੇ ਕਿ ਦਾਨ ਕਰਨਾ ਧਰਮ ਹੈ, ਸਤੀਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਉਹਨਾਂ ਦੇ ਮਨ ਵਿੱਚ ਇਹ ਵਿਚਾਰ ਉੱਠਦਾ ਹੈ ਕਿ ਸਬਰ ਸੰਤੋਖ ਰੱਖੀਏ ਤੇ ਕੁਛ ਬਚਾ ਕੇ ਦਾਨ ਕਰੀਏ। ਪਰ ਉਹ ਜਦੋਂ ਦਾਨ ਕਰਦੇ ਨੇ ਦੇ ਮੰਗਾ ਹੈ ਸਹਿਸਾ ਗੂਣਾ ਸ਼ੁਭ ਕਰੇ ਸੰਸਾਰ, ਤੇ ਮਨ ਵਿੱਚ ਇੱਛਾ ਕੀ ਹੈ ਕਿ ਅਸੀਂ ਦਾਨ ਕਰਾਂਗੇ, ਰੱਬ ਸਾਨੂੰ ਹਜ਼ਾਰਾਂ ਗੁਣਾ ਸੈਂਕੜੇ ਗੁਣਾ ਦੇਗਾ ਤੇ ਦੁਨੀਆ ਸਾਡੀ ਸ਼ੋਭਾ ਕਰੇਗੀ। ਇੱਕ ਇਹ ਕੈਟੇਗਰੀ ਹੈ। ਇੱਥੇ ਗੁਰਮਤ ਦੀ ਗੱਲ ਨਹੀਂ ਹੋ ਰਹੀ, ਇੱਥੇ ਦੁਨਿਆਵੀ ਲੋਕਾਂ ਦੀ ਗੱਲ ਹੋ ਰਹੀ ਹੈ। ਇਹ ਧਰਮ ਨਿਭਾਉਣ ਦੇ ਤਰੀਕੇ ਚੱਲ ਰਹੇ, ਅੱਜ ਵੀ ਚੱਲ ਰਹੇ ਨੇ। ਘਰਾਂ ਵਿੱਚ ਕੋਈ ਫਰਕ ਨਹੀਂ ਪੈ ਰਿਹਾ, ਬੱਚੇ ਹੱਥੋਂ ਨਿਕਲਦੇ ਜਾ ਰਹੇ ਨੇ, ਸਮਾਜ ਵਿੱਚ ਕੋਈ ਫਰਕ ਨਹੀਂ ਪੈ ਰਿਹਾ। ਤੇ ਦੂਜੇ ਪਾਸੇ ਜਿਹੜੇ ਜ਼ਿੰਦਗੀ ਚੋਂ ਭਟਕ ਗਏ ਨੇ, ਚੋਰਾਂ ਜਾਰਾਂ ਤੈ ਖੁੜਿਆਰਾਂ ਖਾਰਾਬਾਂ ਬੇਕਾਰ। ਸੰਸਾਰ ਵਿੱਚ ਇੱਕ ਉਹ ਕੈਟੇਗਰੀ ਹੈ ਜਿਹੜੇ ਧਰਮੀ ਬਣ ਕੇ ਜਿਉਂਦੇ ਨੇ, ਉਹ ਵੀ ਉਲਝੇ ਹੋਏ ਨੇ। ਇੱਕ ਉਹ ਕੈਟੇਗਰੀ ਹੈ ਜਿਹੜੇ ਦੁਨਿਆਵੀ ਐਸ਼ੋ ਇਸ਼ਰਤ ਵਿੱਚ ਉਲਝ ਗਏ। ਚੋਰੀਆਂ, ਯਾਰਾਂ ਦੇ ਅਰਥ ਇੱਥੇ ਐਸ਼ੋ ਇਸ਼ਰਤ ਹੈ, ਕੂੜਿਆਰੇ ਝੂਠ ਵਾਲੇ ਪਾਸੇ, ਖਾਰਾਬਾਂ ਬੇਕਾਰ ਭੈੜੀ ਸੋਚ ਭੈੜਾ ਸੁਭਾਅ, ਬੇਕਾਰੀ ਹੋ ਕੇ ਜਿਉਂਦੇ ਨੇ। ਇੱਕ ਹੁੰਦਾ ਖਾਏ ਚੱਲੈ ਅਥਾਊ ਤਿਨਾ ਪੇਕਾਈ ਕਾਰ। ਜੋ ਰੱਬ ਨੇ ਦਿੱਤੇ ਗੁਣ ਦਿੱਤੇ ਨੇ ਉਹ ਇੱਥੇ ਖਤਮ ਕਰ ਲਏ ਨੇ, ਉਹਦੀ ਕਾਰ ਹੈ, ਜ਼ਿੰਦਗੀ ਫੇਲ ਕਰਕੇ ਚਲੇ ਜਾਂਦੇ ਨੇ। ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰਾਂ ਆਕਾਰ। ਇਸ ਲਈ ਹੁਣ ਗੁਰਮਤ ਦਾ ਨੁਕਤਾ ਇਹ ਹੈ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਜਲ ਥਲ ਜੀਆਂ ਪੁਰੀਆਂ ਲੋਆਂ ਆਕਾਰ ਆਕਾਰ, ਅੱਜ ਜੋ ਕੁਝ ਵੀ ਉਸਨੇ ਪੈਦਾ ਕੀਤਾ ਹੈ ਸਭ ਕੁਝ ਦੇ ਵਿੱਚ ਉਹ ਸ਼ਕਤੀਆਂ ਬਣ ਕੇ ਨਿਜ਼ਮ ਬਣ ਕੇ ਬੈਠਾ ਹੈ। ਓਏ ਜੇ ਆਖੈ ਸੋ ਤੂੰ ਹੈ ਜਾਣੈ ਤਿਨਾ ਪੇ ਤੇਰੀ ਸਾਰ। ਉਹ ਕਿਸ ਤਰੀਕੇ ਨਾਲ ਜੀਵਾਂ ਨੂੰ ਸੰਭਾਲਦਾ ਹੈ, ਕਿੱਦਾਂ ਉਹਦਾ ਨਿਜ਼ਮ ਚੱਲ ਰਿਹਾ ਹੈ, ਉਹ ਤੂੰ ਹੀ ਜਾਣਦਾ ਹੈ। ਅਸੀਂ ਉਹਦੀ ਪੂਰਨ ਵਿਆਖਿਆ ਨਹੀਂ ਕਰ ਸਕਦੇ। ਹੁਣ ਇਸ ਅਨੁਭਵਤਾ ਵਿੱਚ ਜਿਉਣਾ ਅਸਲੀ ਧਰਮ ਹੈ। ਨਾਨਕ ਭਗਤਾਂ ਭੁੱਖ ਸਾਲਾਹਣ ਸਚ ਨਾਮ ਆਧਾਰ। ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ, ਅਸਲੀ ਭਗਤ ਉਹ ਨੇ, ਧਰਮ ਉਹ ਨਿਭਾ ਰਹੇ ਨੇ ਜਿਨ੍ਹਾਂ ਦੇ ਅੰਦਰ ਇਹ ਭੁੱਖ ਹੈ। ਕਿਸ ਦੀ ਭੁੱਖ? ਸੱਚੇ ਨਾਮ ਦੀ। ਸੱਚਾ ਨਾਮ ਓਟ ਆਸਰਾ ਹੈ, ਆਧਾਰ ਹੈ ਜ਼ਿੰਦਗੀ ਦਾ। ਉਹ ਗਿਆਨ ਰੂਪੀ ਨਾਮ, ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ, ਇਸ ਸੁਭਾਅ ਦਾ ਆਸਰਾ ਹੈ। ਇਸ ਨੇ ਸੁਭਾਅ ਨੂੰ ਬਚਾਉਣਾ ਹੈ, ਇਹਨੇ ਸੁਭਾਅ ਨੂੰ ਘੜਨਾ ਹੈ। ਜੇ ਉਸ ਨੂੰ ਕੋਈ ਸੁਣ ਕੇ ਮੰਨੇਗਾ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਲਾਓ। ਜੇ ਰੱਬੀ ਉਪਦੇਸ਼ ਨੂੰ ਆਪਣੇ ਸੁਭਾਅ ਤੇ ਲਾਗੂ ਕਰੇਗਾ, ਸੁਭਾਅ ਦੀਆਂ ਕਮਜ਼ੋਰੀਆਂ ਦੂਰ ਹੋਣਗੀਆਂ, ਸੋਚ ਦੀਆਂ ਕਮਜ਼ੋਰੀਆਂ ਦੂਰ ਹੋਣਗੀਆਂ। ਫਿਰ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਤੱਕ ਪਹੁੰਚੇਗਾ, ਫਿਰ ਨਿਜ਼ਮ ਨੂੰ ਅਪਲਾਈ ਕਰ ਸਕੇਗਾ। ਇਹ ਅਸਲੀ ਧਰਮ ਹੈ। ਤੇ ਜਿਹੜੇ ਇਸ ਤਰ੍ਹਾਂ ਜਿਉਂਦੇ ਨੇ, ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਸ਼ਾਰ। ਉਹਨਾਂ ਦੀਆਂ 2 ਨਿਸ਼ਾਨੀਆਂ, ਇੱਕ ਤੇ ਅੰਦਰੋਂ ਆਨੰਦ ਵਿੱਚ ਜਿਉਂਦੇ ਨੇ ਦਿਨ ਰਾਤ ਹਰ ਵੇਲੇ, ਇੱਕ ਗੁਣਵਾਨਾਂ ਨੂੰ ਉਹਨਾਂ ਨੂੰ ਸਤਿਕਾਰ ਦਿੰਦੇ ਆ, ਆਪਣੇ ਆਪ ਨੂੰ ਗੁਣਾਂ ਵਾਲੇ ਜਿਹੜੇ ਲੋਕ ਨੇ ਨਾ, ਉਹਨਾਂ ਦੇ ਪੈਰਾਂ ਦੀ ਖਾਕ ਸਮਝਦੇ ਨੇ, ਭਾਵ ਨਿਮਰਤਾ ਵਿੱਚ ਉਹਨਾਂ ਦੇ ਗੁਣਾਂ ਤੋਂ ਕੁਰਬਾਨ ਜਾਂਦੇ ਆ, ਉਹਨਾਂ ਦੇ ਗੁਣਾਂ ਨੂੰ ਆਪਣੇ ਵਿੱਚ ਲਿਆਉਣ ਦਾ ਯਤਨ ਕਰਦੇ ਨੇ। ਆਹ ਨਿਸ਼ਾਨੀ ਹੈ ਅਸਲੀ ਧਰਮੀ ਦੀ। ਅਗਰ ਇਹ ਧਰਮ ਨਿਭਾਉਣਾ ਸ਼ੁਰੂ ਹੋ ਜਾਵੇ, ਘਰਾਂ ਵਿੱਚ ਵੀ ਫਰਕ ਆਏਗਾ, ਸਮਾਜ ਵਿੱਚ ਵੀ ਫਰਕ ਆਏਗਾ। ਮਹੱਲਾ ਪਹਿਲਾ, ਅੱਗੋਂ ਦੂਸਰਾ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ 6ਵੀਂ ਪੌੜੀ ਦੇ ਨਾਲ।
ਹੁਣ ਇੱਥੇ ਇੱਕ ਜ਼ਿਕਰ ਕੀਤਾ ਗਿਆ ਕਿ ਮੁਸਲਮਾਨ ਵੀਰ ਕਹਿੰਦੇ ਸੀ ਵੀ ਸ਼ਰ੍ਹਾ ਅਨੁਸਾਰ ਜੀਵਨ ਬਤੀਤ ਕਰੋ। ਜਿਹੜੇ ਸ਼ਰ੍ਹਾ ਅਨੁਸਾਰ ਨਹੀਂ ਬਤੀਤ ਕਰਦੇ ਉਹ ਨਰਕ ਵਿੱਚ ਜਾਣਗੇ। ਫਿਰ ਉਹ ਕਹਿੰਦੇ ਸੀ ਕਿ ਜਿਹੜਾ ਸਰੀਰ ਹੈ ਇਹ ਮਿੱਟੀ ਹੈ, ਇਹਨੂੰ ਮਿੱਟੀ ਵਿੱਚ ਹੀ ਦੱਬਣਾ ਚਾਹੀਦਾ। ਜਿਹੜੇ ਅੱਗ ਵਿੱਚ ਸਾੜਦੇ ਨੇ ਉਹ ਨਰਕ ਵਿੱਚ ਜਾਣਗੇ। ਸਤਿਗੁਰੂ ਨੂੰ ਉਸ ਗੱਲ ਦਾ, ਉਹਨਾਂ ਖਿਆਲਾਂ ਦਾ ਖੰਡਨ ਕਰ ਰਹੇ ਨੇ। ਕੋਈ ਕਹਿੰਦਾ ਜੀ ਆਹ ਕਰਮ ਕਰੋ, ਮਰਨ ਤੋਂ ਬਾਅਦ ਆਹ ਮਿਲੇਗਾ। ਗੁਰਮਤ ਕਹਿੰਦੀ ਹੈ ਤੂੰ ਜਿਉਂਦੇ ਜੀ ਜੀਵਨ ਨੂੰ ਸਫਲ ਕਰਨਾ ਸਿੱਖ ਗੁਰੂ ਪਾਤਸ਼ਾਹ ਤੋਂ। ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਸਤਿਗੁਰੂ ਜੀ ਕਹਿੰਦੇ, ਮੁਸਲਮਾਨ ਵੀਰ ਕਹਿੰਦੇ ਨੇ ਕਿ ਜੇ ਕਿਸੇ ਦਾ ਸਰੀਰ ਅੱਗ ਵਿੱਚ ਸਾੜਿਆ ਜਾਂਦਾ ਤਾਂ ਉਸ ਦੇ ਵਿੱਚ ਜਾਏਗਾ, ਨਰਕ ਵਿੱਚ ਜਾਏਗਾ। ਤੇ ਇਸ ਕਰਕੇ ਉਹ ਜਿਹੜਾ ਹੈ ਉਹ ਸਰੀਰ ਨੂੰ ਦੱਬਦੇ ਨੇ, ਦੱਬ ਦਿੰਦੇ ਨੇ। ਤੇ ਜਿਹੜੇ ਘੁਮਿਆਰ ਨੇ ਨਾ, ਉਹ ਘੜੇ ਬਣਾਉਣ ਵਾਸਤੇ ਮਿੱਟੀ ਪਤਾ ਕਿੱਥੋਂ ਲਿਆਉਂਦੇ? ਕਬਰਾਂ ਚੋਂ। ਸਤਿਗੁਰੂ ਕਹਿੰਦੇ ਸਰੀਰ ਉੱਥੇ ਦੱਬ ਦਿੱਤਾ, ਉਹਦਾ ਜਿਹੜਾ ਮਾਸ ਮਿੰਜ ਸੀ ਮਿੱਟੀ ਵਿੱਚ ਗਲ ਗਿਆ, ਤੇ ਉੱਥੋਂ ਮਿੱਟੀ ਜਿਹੜਾ ਸੀ ਘੁਮਿਆਰ ਲੈ ਆਇਆ ਭਾਂਡੇ ਬਣਾਉਣ ਵਾਸਤੇ। ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ। ਘੁਮਿਆਰ ਦੇ ਜਿਹੜਾ ਭਾਂਡਾ ਬਣਾਉਣ ਵਾਸਤੇ ਉਹਨੇ ਮਿੱਟੀ ਗੁੰਨ ਲਈ ਲਿਆ ਕੇ। ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਉਹਨੇ ਭਾਂਡੇ ਘੜੇ ਇੱਟਾਂ ਬਣਾਈਆਂ। ਹੁਣ ਉਹ ਜਿਹੜੇ ਭਾਂਡੇ ਨੇ, ਇੱਟਾਂ ਨੇ, ਉਹਨੂੰ ਪਕਾਉਣ ਵਾਸਤੇ ਅੱਗ ਵਿੱਚ ਰੱਖਦਾ ਹੈ। ਤੇ ਉਹ ਜਦੋਂ ਅੱਗ ਵਿੱਚ ਰੱਖਦਾ ਤੇ ਸੜਦੀ ਹੈ, ਜਲਦੀ ਜਲਦੀ ਸੜਦੀ ਕਰੇ ਪੁਕਾਰ। ਉਹ ਚ ਆਵਾਜ਼ ਨਿਕਲਦੀ ਹੈ, ਜਲ ਜਲ ਰੋਵੈ ਬੱਪੜੀ ਝੜ ਝੜ ਭਵੈ ਅੰਗਿਆਰ। ਕਹਿੰਦੇ ਉਹੀ ਮਿੱਟੀ ਹੁਣ ਸੜ ਸੜ ਕੇ ਰੋਂਦੀ ਹੈ ਵਿਚਾਰੀ, ਉਹਦੇ ਚੋਂ ਅੰਗਿਆਰ ਝੜਦੇ ਨੇ। ਜਿਸ ਚੀਜ਼ ਕਰਕੇ ਤੁਸੀਂ ਕਹਿੰਦੇ ਸੀ ਅੱਗ 'ਚ ਪੈਣ ਵਾਲਾ, ਜੇ ਸਰੀਰ ਰੂਪੀ ਮਿੱਟੀ ਅੱਗ 'ਚ ਪੈ ਕੇ ਨਰਕਾਂ ਨੂੰ ਜਾਂਦੀ ਹੈ, ਤੇ ਜਿਹੜੀ ਧਰਤੀ 'ਚ ਦੱਬੀ ਉਹ ਵੀ ਤਾਂ ਅੱਗ 'ਚ ਪੈ ਰਹੀ ਹੈ। ਇਹ ਭਰਮ ਨੇ, ਭੁਲੇਖੇ ਨੇ। ਸਤਿਗੁਰੂ ਕਹਿੰਦੇ ਅਸਲੀ ਬਾਤ ਕੀ ਹੈ? ਨਾਨਕ ਜਿਨ ਕਰਤੈ ਕਾਰਨ ਕੀਆ ਸੋ ਜਾਣੈ ਕਰਤਾਰ। ਮਰਨ ਤੋਂ ਬਾਅਦ ਤਾਂ ਰੱਬ ਹੀ ਜਾਣਦਾ ਕੀ ਹੋਣਾ ਹੈ। ਕਿਸੇ ਨੂੰ ਭੇਤ ਚੇਤ ਹਰ ਕਿਸਾ ਨਾ ਮਿਲਿਆ, ਜਾਂ ਜਾਂ ਪਕੜ ਚਲਾਇਆ। ਜਿਉਂਦੇ ਜੀ ਜਿਹੜਾ ਅੰਦਰ ਗੁਣਾਂ ਦੀ ਮੌਤ, ਔਗਣਾਂ ਦਾ ਜਨਮ ਹੋ ਰਿਹਾ ਹੈ, ਉਸ ਜਨਮ ਮਰਨ ਦੀ ਗੱਲ ਗੁਰਮਤ ਕਰਦੀ ਹੈ। ਇਸ ਜੀਵਨ ਨੂੰ ਸਫਲ ਕਰਨ ਦੀ ਗੱਲ ਗੁਰਮਤ ਕਰਦੀ ਹੈ। ਗੁਰਮਤ ਜੀਵਨ ਮੁਕਤ ਦਾ ਸਾਧਨ ਹੈ। ਜਿਉਂਦੇ ਜੀ ਆਦਤਾਂ ਤੋਂ ਮੁਕਤ ਹੋਣ ਦੀਆਂ ਸਿੱਖਿਆਵਾਂ ਨੇ। ਉਹ ਕਿਵੇਂ ਪ੍ਰਾਪਤ ਹੋਣਗੀਆਂ? ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਰੱਬ ਦਾ ਰੂਪ ਸੱਚਾ ਗਿਆਨ ਹੈ, ਹਰ ਵਰਤਾਰੇ ਵਿੱਚ ਹੈ। ਹਰ ਵਰਤਾਰੇ ਨੂੰ ਧਿਆਨ ਨਾਲ ਸਮਝੀਏ, ਉਹਦੇ ਚੋਂ ਗਿਆਨ ਮਿਲਦਾ ਹੈ, ਸਿੱਖਿਆਵਾਂ ਮਿਲਦੀਆਂ। ਉਹ ਸਾਰੇ ਵਰਤਾਰਿਆਂ ਦੀਆਂ ਉਦਾਹਰਨਾਂ ਦੇ ਕੇ ਗੁਰਬਾਣੀ ਅੰਦਰ ਉਹ ਸੱਚਾ ਗਿਆਨ ਹੈ। ਰੱਬ ਸੱਚਾ ਗਿਆਨ ਬਣ ਕੇ ਗੁਰਬਾਣੀ ਵਿੱਚ ਹੈ, ਉਹ ਸਤਿਗੁਰ ਸਰੂਪ ਹੈ। ਗੁਰਬਾਣੀ ਪੜ੍ਹੀਏ, ਸੁਣੀਏ, ਸੋਚ ਕੇ ਗੁਰੂ ਪਿਤਾ ਜੀ ਕਹਿ ਕੀ ਰਹੇ ਨੇ। ਉਹ ਜਿਹੜੀ ਆਵਾਜ਼ ਹੈ, ਰੱਬ ਦੀ ਆਵਾਜ਼ ਹੈ, ਸਤਿਗੁਰ ਸਰੂਪ ਹੈ। ਜਿੰਨਾ ਚਿਰ ਉਹਦੇ ਨਾਲ ਮਿਲਾਪ ਨਹੀਂ ਹੋਏਗਾ, ਉਹਨੂੰ ਪ੍ਰਾਪਤ ਨਹੀਂ ਕਰੇਗਾ, ਜ਼ਿੰਦਗੀ 'ਚ ਮੰਨੇਗਾ ਨਹੀਂ, ਉਹਨਾਂ ਚਿਰ ਤੂੰ ਜੀਵਨ ਨੂੰ ਸਫਲ ਕਰਨ ਦੀ ਪ੍ਰਾਪਤੀ ਨਾ ਕਿਸੇ ਨੇ ਪਾਈ ਹੈ ਤੇ ਨਾ ਕੋਈ ਪਾ ਸਕੇਗਾ। ਸਤਿਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਣਾਇਆ। ਰੱਬ ਨੇ ਆਪਣਾ ਸਰੂਪ ਸੱਚਾ ਗਿਆਨ ਬਣਾਇਆ ਹੈ ਤੇ ਹਰ ਥਾਂ ਤੇ ਰੱਖਿਆ ਹੋਇਆ ਹੈ। ਤੇ ਉਹ ਜਿੱਥੋਂ ਵੀ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ, ਉਹ ਪ੍ਰਗਟ ਹੋ ਜਾਂਦਾ ਹੈ, ਆਖ ਸੁਣਾਇਆ। ਤੇ ਉਹ ਪ੍ਰਗਟ ਹੋ ਕੇ ਸੱਚਾ ਗਿਆਨ ਤੈਨੂੰ ਆਖ ਆਖ ਕੇ ਸੁਣਾਉਂਦਾ ਹੈ। ਤੂੰ ਜਿਉਣਾ ਕਿਵੇਂ ਹੈ, ਕਿਹੜੇ ਕੰਮ ਕਰਨੇ ਨੇ, ਕਿਹੜੇ ਨਹੀਂ ਕਰਨੇ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਇਹ ਸਤਿਗੁਰ ਸਰੂਪ ਦਾ ਜੋ ਮਿਲਾਪ ਹੈ ਨਾ, ਇਹਨੇ ਤੈਨੂੰ ਆਦਤਾਂ ਤੋਂ ਮੁਕਤ ਕਰਾਉਣਾ ਹੈ, ਅਗਿਆਨਤਾ ਤੋਂ ਮੁਕਤ ਕਰਾਉਣਾ ਹੈ, ਸੋਝੀ ਦੇਣੀ ਹੈ। ਇਹ ਜਿਹੜਾ ਤੇਰੇ ਅੰਦਰ ਅਣਹੋਇਆ ਮੋਹ ਹੈ ਨਾ, ਐਵੇਂ ਫਸਿਆ ਹੋਇਆ ਹੈ। ਤੂੰ ਕਹਿੰਦਾ ਕਿ ਪੈਸਾ, ਪ੍ਰਾਪਰਟੀ ਹੀ ਸਭ ਕੁਝ ਹੈ। ਨਹੀਂ, ਗੁਣ ਸਭ ਕੁਝ ਨੇ। ਵੱਡਾ ਘਰ ਸਭ ਕੁਝ ਨਹੀਂ ਹੈ, ਘਰ ਦੇ ਅੰਦਰ ਏਕਤਾ ਸਭ ਕੁਝ ਹੈ। ਉਹ ਤੇਰਾ ਜਿਹੜਾ ਮੋਹ, ਰੋਂਗ ਅਟੈਂਸ਼ਨ ਹੈ, ਉਹ ਸੱਚੇ ਗਿਆਨ ਨੇ। ਰੱਬ ਸੱਚਾ ਗਿਆਨ ਬਣ ਕੇ ਜਦੋਂ ਪ੍ਰਗਟ ਹੁੰਦਾ, ਵਰਤਾਰਿਆਂ ਵਿੱਚੋਂ ਸਿੱਖਿਆ ਮਿਲਦੀ ਹੈ, ਗੁਰਬਾਣੀ ਵਿੱਚੋਂ ਰੱਬ ਸੱਚਾ ਗਿਆਨ ਬਣ ਕੇ ਪ੍ਰਗਟ ਹੁੰਦਾ ਹੈ। ਤੇ ਜਦੋਂ ਸੱਚਾ ਗਿਆਨ ਮਿਲਦਾ ਹੈ, ਫਿਰ ਰੋਂਗ ਅਟੈਂਸ਼ਨ ਰੂਪੀ ਮੋਹ ਖਤਮ ਹੁੰਦੀ ਹੈ। ਉੱਤਮ ਇਹ ਵਿਚਾਰ ਹੈ, ਜਿਨ ਸੱਚੇ ਸਿਉ ਚਿਤ ਲਾਇਆ। ਸਭ ਤੋਂ ਉੱਤਮ ਵਿਚਾਰ ਕੀ ਹੈ? ਜਿਨ੍ਹਾਂ ਨੇ ਸੱਚੇ ਰੱਬ ਦੇ ਨਾਲ ਚਿੱਤ ਲਾ ਲਿਆ, ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਜਿਉਂਦੇ ਨੇ, ਜਿਹੜੇ ਉਹਦੇ ਗੁਣਾਂ ਨੂੰ ਯਾਦ ਰੱਖਦੇ ਨੇ, ਗੁਣਾਂ ਵਾਲਾ ਜੀਵਨ ਜਿਉਂਦੇ ਨੇ।
ਜਿਹੜੇ ਰੱਬੀ ਉਪਦੇਸ਼ ਨੂੰ ਯਾਦ ਰੱਖਦੇ ਨੇ ਉਹ ਰੱਬੀ ਉਪਦੇਸ਼ ਅਨੁਸਾਰ ਜੀਵਨ ਜਿਉਂਦੇ ਨੇ। ਜਗ ਜੀਵਨ ਦਾਤਾ ਪਾਇਆ, ਉਹ ਦਾਤਾ ਜਿਹੜਾ ਜਗਤ ਨੂੰ ਜੀਵਨ ਦਿੰਦਾ ਹੈ ਤੇ ਉਹ ਦਾਤੇ ਦਾ ਦਿੱਤਾ ਹੋਇਆ ਜੀਵਨ ਪ੍ਰਾਪਤ ਕਰ ਲਿਆ, ਉਹਨੂੰ ਗੁਰਮੁਖ ਸੁਭਾਅ ਜਾਂ ਗੁਰਮੁਖ ਜੀਵਨ ਕਹਿੰਦੇ ਨੇ। ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਪ੍ਰਾਪਤ ਹੋਵੇ। ਕੱਲ ਨੂੰ ਫਿਰ 466 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਕੀ ਐ ਸੁਣ ਸ਼ਬਦ